ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ, ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ, ਇਛ ਪੁੰਨੀ ਵਡ ਭਾਗਣੀ, ਬਰ ਪਾਇਆ ਹਰ ਰਾਏ, ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ, ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ, ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖਿਆਨ, ਬਾਹੁੜ ਨਾ ਜਨਮੈ ਧਾਏ, ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ, ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਫੱਗਣ ਮਹੀਨੇ ਦੀ
ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਸਾਰੀ ਸੰਗਤ ਬੜੇ ਹੀ ਆਨੰਦ ਦੇ ਵਿੱਚ ਆਸਾ ਜੀ ਕੀ ਬਾਰ ਕੇ ਕੀਰਤਨ ਸ਼ਬਦ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਜਿਸ ਸਿਧਾਂਤ ਨੂੰ ਲੈ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਬਾਣੀ ਉਚਾਰਨ ਕੀਤੀ ਹੈ ਤੇ ਆਪਾਂ ਯਤਨ ਕਰੀਏ ਕਿ ਘੱਟ ਸਮੇਂ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਇਸ ਬਾਣੀ ਦੇ ਸਿਧਾਂਤ ਨੂੰ ਅੱਜ ਦੇ ਫੱਗਣ ਦੇ ਮਹੀਨੇ ਨੂੰ ਸਮਝਣ ਦਾ ਯਤਨ ਕਰੀਏ। ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸੰਗਰਾਂਦ ਦਾ ਦਿਹਾੜਾ ਹੈ, ਅਸਲ ਵਿੱਚ ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਦੇ ਵਿੱਚ ਇਹਨੂੰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਔਰ ਸੰਕ੍ਰਾਂਤੀ ਕਦੋਂ ਆਉਂਦੀ ਹੈ? ਜਦੋਂ ਸੂਰਜ ਇੱਕ ਰਾਸ ਨੂੰ ਛੱਡ ਕੇ ਅਗਲੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਦੋਂ ਸੰਕਰਾਂਤ ਭਾਵ ਸੰਗਰਾਂਦ ਹੁੰਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਧਾਰਮਿਕ ਅਸਥਾਨਾਂ 'ਤੇ ਬੜੀ ਪ੍ਰਸਿੱਧਤਾ ਦੇ ਨਾਲ ਇਹ ਜਿਹੜਾ ਅਸਥਾਨ, ਇਹ ਜਿਹੜਾ ਅੱਜ ਦਾ ਦਿਨ ਹੈ, ਇਹ ਮਨਾਇਆ ਜਾਂਦਾ ਹੈ। ਲੇਕਿਨ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ, ਸੰਕ੍ਰਾਂਤੀ 'ਤੇ ਕੁਝ ਕਰਮ ਕਾਂਡ ਕਰਨ ਲਾ ਦਿੱਤੇ। ਕੋਈ ਕਹਿੰਦਾ ਸੰਕ੍ਰਾਂਤੀ ਨੂੰ ਦਾਨ ਕਰੋ, ਕੋਈ ਕਿੱਦਾਂ। ਚਲੋ ਅਸਲ ਵਿੱਚ ਗੁਰੂ ਨਾਨਕ ਦੇ ਘਰ ਦਾ ਮਕਸਦ ਕੀ ਹੈ? ਸਭ ਤੋਂ ਪਹਿਲਾਂ ਜਗਤ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ 12 ਮਹੀਨਿਆਂ ਦਾ ਉਪਦੇਸ਼ ਦਿੱਤਾ, ਜੋ ਕਿ ਤੁਖਾਰੀ ਰਾਗ ਦੇ ਵਿੱਚ ਦਰਜ ਹੈ। ਜਿਵੇਂ ਬਾਹਰੀ ਤੌਰ 'ਤੇ ਇੱਕ ਰਾਸ ਨੂੰ ਛੱਡ ਕੇ ਸੂਰਜ ਅਗਲੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਹਦੇ ਨਾਲ ਮੌਸਮ ਦੇ ਵਿੱਚ ਕ੍ਰਾਂਤੀ ਆਉਂਦੀ ਹੈ, ਸਮੇਂ ਵਿੱਚ ਕ੍ਰਾਂਤੀ ਆਉਂਦੀ ਹੈ, ਸਮੇਂ ਵਿੱਚ ਬਦਲਾਓ ਆਉਂਦਾ ਹੈ। ਤੇ ਸਾਨੂੰ ਸਾਡੇ ਸਤਿਗੁਰਾਂ ਨੇ ਆ ਬਾਣੀ ਦਾ ਸੂਰਜ ਦਿੱਤਾ ਹੈ। ਜਦੋਂ ਅਸੀਂ ਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਤਾਂ ਉਸ ਵੇਲੇ ਸਾਡੇ ਜੀਵਨ ਵਿੱਚ ਕ੍ਰਾਂਤੀ ਆਵੇਗੀ, ਸਾਡੇ ਜੀਵਨ ਵਿੱਚ ਬਦਲਾਓ ਆਏਗਾ। ਹੁਣ ਜਿਹੜਾ ਅੱਜ ਦਾ ਪਾਵਨ ਮਹੀਨੇ ਦਾ ਉਪਦੇਸ਼ ਗੁਰੂ ਸਾਹਿਬ ਬਖਸ਼ਦੇ ਨੇ ਫੱਗਣ ਦਾ, ਤੇ ਅਸਲ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਇਸ ਮਹੀਨੇ ਦੇ ਅੰਦਰ ਜੀਵਨ ਦੀ ਜਾਂਚ ਸਿਖਾਈ। ਆਪਾਂ ਬਹੁਤੀ ਵਿਸਥਾਰ ਵਿੱਚ ਨਹੀਂ ਜਾਣਾ, ਸੰਖੇਪ ਰੂਪ ਦੇ ਵਿੱਚ ਹੀ ਸਮਝਣ ਦਾ ਯਤਨ ਕਰਨਾ ਹੈ। ਆਓ ਅੱਜ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਦਾ ਯਤਨ ਕਰੀਏ। ਪਾਤਸ਼ਾਹ ਕਹਿੰਦੇ, ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫਲ ਗੁਣ ਕਹਿੰਦੇ ਨੇ ਫੱਗਣ ਦੇ ਮਹੀਨੇ ਨੂੰ। ਜਿਵੇਂ ਕਰੜੀ ਠੰਡ ਸਰਦ ਰੁੱਤ ਦੀ, ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਆਉਂਦੀ ਹੈ ਨਾ, ਉਹ ਫੱਗਣ ਦੇ ਮਹੀਨੇ ਵਿੱਚ ਆਉਂਦੀ ਹੈ। ਵੇਖੋ, ਫੱਗਣ ਦੇ ਮਹੀਨੇ ਵਿੱਚ ਹੀ ਬਸੰਤ ਦੀ ਸ਼ੁਰੂਆਤ ਹੋ ਜਾਂਦੀ ਹੈ। ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਸੁਣਦੇ ਹਾਂ ਨਾ ਭਾਈ, ਤੇ ਉੱਥੇ ਅੱਜ ਕੱਲ੍ਹ ਬਸੰਤ ਰਾਗ ਗਾਇਆ ਜਾਂਦਾ ਹੈ। ਔਰ ਇਹ ਫਿਰ ਹੋਲੇ ਮਹੱਲੇ ਤੱਕ ਜਿਹੜੇ ਅਨੰਦਪੁਰ ਸਾਹਿਬ ਵਿਖੇ ਬਸੰਤ ਰਾਗ ਦੀ ਰਾਗੀ ਸਿੰਘਾਂ ਵੱਲੋਂ ਵਰਖਾ ਹੋਏਗੀ। ਹੁਣ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ, ਬਹੁਤੀ ਸਰਦੀ ਦੇ ਨਾਲ ਫੁੱਲ ਵੀ ਕਮਲਾਏ ਹੁੰਦੇ ਨੇ, ਬਹੁਤ ਸਾਰੇ ਦਰਖਤ ਨੇ ਜਿਹੜੇ ਉਹ ਕਮਲਾ ਜਾਂਦੇ ਨੇ।
ਸੋ ਸ਼ਰਦ ਰੁੱਤ ਦੇ ਲੰਘਣ ਤੋਂ ਬਾਅਦ ਫੱਗਣ ਦੇ ਮਹੀਨੇ ਦੇ ਵਿੱਚ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ ਬਾਹਰੀ ਤੌਰ 'ਤੇ ਖੇੜਾ ਆਉਂਦਾ ਹੈ ਨਾ ਭਾਈ, ਮੌਸਮ ਵਿੱਚ ਖੇੜਾ ਆਉਂਦਾ ਹੈ, ਮੌਸਮ ਵਿੱਚ ਬਹਾਰ ਆਉਂਦੀ ਹੈ, ਅਤੇ ਇੱਦਾਂ ਮਨੁੱਖ ਦੇ ਜੀਵਨ ਵਿੱਚ ਵੀ ਬਹਾਰ ਆਉਣੀ ਚਾਹੀਦੀ ਹੈ। ਪਰ ਆਏਗੀ ਤਾਂ ਜੇਕਰ ਉਹ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਜੀਵੇਗਾ ਜਿਹੜੇ ਤਰੀਕੇ ਨਾਲ ਗੁਰੂ ਪਾਤਸ਼ਾਹ ਦੱਸਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਫਲ ਗੁਣ ਆਨੰਦ ਉਪਾਰਜਨਾਂ ਦਾ ਮਤਲਬ ਹੁੰਦਾ ਹੈ ਪ੍ਰਗਟ ਹੋਣਾ, ਉਪਜ ਜਾਣਾ ਜਾਂ ਪ੍ਰਕਾਸ਼ ਹੋਣਾ। ਫੱਗਣ ਦੇ ਮਹੀਨੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ। ਜਿਨ੍ਹਾਂ ਨੂੰ ਹਰ ਸੱਜਣ ਪ੍ਰਗਟੇ ਆਏ, ਜਿਨ੍ਹਾਂ ਨੂੰ ਉਹ ਹਰੀ ਰੂਪ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਹੁਣ ਥੋੜ੍ਹਾ ਇੱਥੇ ਧਿਆਨ ਨਾਲ ਸੁਣਿਓ ਜੀ। ਸਾਰੀ ਧਰਤੀ ਦੇ ਵਿੱਚ ਪਾਣੀ ਹੈ। ਸਾਰੀ ਧਰਤੀ ਦੇ ਅੰਦਰ ਜਦੋਂ ਆਪਾਂ ਵੇਖਦੇ ਹਾਂ, ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਪਰ ਪ੍ਰਗਟ ਉੱਥੇ ਹੁੰਦਾ ਜਿੱਥੇ ਆਪਾਂ ਨਲਕਾ ਜਾਂ ਟਿਊਬਵੈਲ ਜਾਂ ਖੂਹ ਲਾ ਲੈਂਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁੱਲ ਕਾਇਨਾਤ ਵਿੱਚ ਪਰਮੇਸ਼ਰ ਦਾ ਵਾਸਾ ਹੈ। ਸਾਰੀ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਹੈ। ਪਰ ਇੱਕ ਗੱਲ ਚੇਤੇ ਰੱਖਿਓ ਜੀ, ਪ੍ਰਗਟ ਉਹਨਾਂ ਨੂੰ ਹੁੰਦਾ ਹੈ ਤੇ ਜਿਹੜੇ ਗੁਰੂ ਦੁਆਰੇ ਆਪਣੇ ਹਿਰਦੇ ਵਿੱਚ ਨਾਮ ਦੀ ਜਾਗ ਲਾ ਲੈਂਦੇ ਹਨ। ਨਾਮ ਦਾ ਜਿਨ੍ਹਾਂ ਨੂੰ ਸਹਾਰਾ ਮਿਲ ਜਾਂਦਾ, ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ। ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਪਰ ਨਿਕਲਦਾ ਉੱਥੋਂ ਹੀ ਹੈ ਜੀ ਜਿੱਥੇ ਅਸੀਂ ਟਿਊਬਵੈਲ ਜਾਂ ਕੋਈ ਮੋਟਰ ਆਦਿਕ ਦਾ ਪ੍ਰਬੰਧ ਕਰਦੇ ਹਾਂ। ਸਾਰੇ ਜੀਵਾਂ ਦੇ ਅੰਦਰ ਪਰਮੇਸ਼ਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਤੂੰ ਉਹਨਾਂ ਜੀਵਾਂ ਦੇ ਵਿੱਚ ਵੀ ਵਸਦਾ ਹੈ ਜਿਨ੍ਹਾਂ ਦੇ ਅੰਦਰ ਚੇਤਨ ਸਤਾ ਹੈ, ਜੋ ਬੋਲ ਸਕਦੇ ਨੇ, ਪੰਛੀ ਉਡਾਰੀ ਮਾਰ ਸਕਦੇ ਨੇ, ਤੁਰ ਫਿਰ ਸਕਦੇ ਜਾਨਵਰ, ਤੇ ਤੂੰ ਜੜ ਦੇ ਵਿੱਚ ਵੀ, ਭਾਵ ਜਿਹੜੇ ਪੱਥਰ ਆਦਿਕ ਨੇ, ਤੇਰਾ ਉਹਨਾਂ ਦੇ ਵਿੱਚ ਵੀ ਵਾਸਾ ਹੈ। ਭਾਵ ਤੂੰ ਸਰਬ ਵਿਆਪਕ ਹੈ। ਹੁਣ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਹਰ ਸੱਜਣ ਪ੍ਰਗਟੇ ਆਏ। ਭਾਈ, ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਵੇ, ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਸਖਿਅਤਕਾਰ ਹੋ ਜਾਵੇ, ਤੇ ਉਹਨਾਂ ਦੇ ਜੀਵਨ ਦੇ ਵਿੱਚ ਫੱਗਣ ਦੇ ਮਹੀਨੇ ਵਾਂਗ, ਜਿਵੇਂ ਫੱਗਣ ਦੇ ਮਹੀਨੇ ਵਿੱਚ ਬਾਹਰੀ ਤੌਰ 'ਤੇ ਬਹਾਰਾਂ ਆ ਜਾਂਦੀਆਂ ਨੇ, ਤੇ ਉਹਨਾਂ ਦੇ ਜੀਵਨ ਵਿੱਚ ਬਹਾਰਾਂ ਆ ਜਾਂਦੀਆਂ ਨੇ, ਉਹਨਾਂ ਦੇ ਜੀਵਨ ਵਿੱਚ ਸੁੱਖ ਆ ਜਾਂਦੇ ਨੇ। ਜਿਵੇਂ ਪ੍ਰਗਟ ਕਿਵੇਂ ਹੁੰਦਾ ਹੈ ਵਾਹਿਗੁਰੂ, ਧਿਆਨ ਦਿਓ। ਇੱਕ ਭਾਈ ਸੁਜਾਨ ਰਾਏ ਨਾਮਾ ਸਿੱਖ ਹੋਇਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਂ। ਵੈਸੇ ਇਤਿਹਾਸ ਤੇ ਬੜਾ ਲੰਬੇਰਾ, ਪਰ ਆਪਾਂ ਸੰਖੇਪ ਰੂਪ ਦੇ ਵਿੱਚ ਸਮਝਣਾ ਹੈ। ਇਹ ਜਿਹੜਾ ਸੁਜਾਨ ਰਾਏ ਸੀ, ਇਹ ਕੁਦਰਤੀ ਵਾਹਿਗੁਰੂ ਦੀ ਯਾਦ ਦੇ ਅੰਦਰ ਜਦੋਂ ਬਚਪਨ ਸੀ, ਤੇ ਬਚਪਨ ਦੇ ਵਿੱਚ ਹੀ ਇਹ ਥੋੜ੍ਹਾ ਸਮਝ ਪੈਂਦੀ ਗਈ ਕਿ ਅਸਲ ਵਿੱਚ ਮੇਰਾ ਘਰ ਕੋਈ ਹੋਰ ਹੈ। ਇਤਿਹਾਸ ਵਿੱਚ ਲਿਖਿਆ, ਕਹਿੰਦੇ ਨੇ ਬਚਪਨ ਦੇ ਵਿੱਚ ਇਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਇਹਦੇ ਚਾਚੇ ਤਾਇਆਂ ਨੇ ਇਹਦੀ ਪਰਵਰਿਸ਼ ਕੀਤੀ, ਪਰ ਬਚਪਨ ਤੋਂ ਹੀ ਸੁਭਾਅ ਸੀ ਜਿਹੜਾ ਬੜਾ ਨਿਰਮਲ, ਬੜਾ ਕੋਮਲ ਸੀ, ਔਰ ਬਚਪਨ ਦੇ ਵਿੱਚ ਹੀ ਇੰਜ ਪ੍ਰਤੀਤ ਹੁੰਦਾ ਜਿਵੇਂ ਪਰਮਾਤਮਾ ਦੇ ਪਾ ਲੈਣ ਦੀ, ਪਰਮਾਤਮਾ ਦੇ ਪ੍ਰਾਪਤ ਹੋ ਜਾਣ ਦੀ ਤਾਂਘ ਲੱਗੀ ਹੋਵੇ। ਉਦਾਸ ਰਹਿੰਦੇ ਨੇ, ਘਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਨੇ, ਪਰ ਉਦਾਸੀ ਦਾ ਕਾਰਨ ਨਹੀਂ ਕਿਸੇ ਨੂੰ ਪਤਾ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਚਪਨ ਦੇ ਵਿੱਚ ਉਦਾਸ ਰਹਿੰਦੇ ਸੀ ਨਾ, ਤਾਂ ਮਾਂ ਪਿਓ ਨੇ ਸੋਚਿਆ ਕਿਤੇ ਕੋਈ ਬਿਮਾਰੀ ਨਾ ਹੋਏ, ਕਿਤੇ ਕੋਈ ਰੋਗ ਨਾ ਹੋਵੇ। ਵੈਦ ਬੁਲਾ ਲਿਆ ਗਿਆ, ਤਾਂ ਗੁਰੂ ਨਾਨਕ ਦੇਵ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹੀ।
ਦੁਨੀਆ ਦੇ ਵੈਦ ਸੋਚਦੇ ਨੇ ਕਿ ਹਰ ਇੱਕ ਇਨਸਾਨ ਚੁੱਪ ਰਹਿਣ ਵਾਲਾ ਸ਼ਾਇਦ ਰੋਗੀ ਹੋਵੇ, ਪਰ ਨਹੀਂ, ਜਿਹਦੇ ਅੰਦਰ ਪ੍ਰਮਾਤਮਾ ਦੇ ਮਿਲਣ ਦੀ ਚਾਹ ਨਾ ਹੋਵੇ ਤੇ ਉਹਨਾਂ ਨੂੰ ਸਰੀਰ ਦੇ ਰੋਗਾਂ ਨਾਲ ਕੋਈ ਵਾਸਤਾ ਨਹੀਂ ਹੁੰਦਾ। ਹੁਣ ਮਾਂ ਪਿਓ ਨੇ, ਇਹਦੇ ਚਾਚੇ ਤਾਏ ਨੇ ਸੋਚਿਆ ਵੀ ਸ਼ਾਇਦ ਬੱਚੇ ਨੂੰ ਕੋਈ ਤਕਲੀਫ ਹੋਏਗੀ, ਵੈਦ ਬੁਲਾਇਆ, ਦਵਾਈ ਬੂਟੀ, ਪਰ ਕੋਈ ਇੱਦਾਂ ਦਾ ਦਵਾਈ ਬੂਟੀ ਨਾਲ ਫਰਕ ਨਾ ਪਿਆ। ਫਿਰ ਸੋਚਦੇ ਨੇ ਵੀ ਹੁਣ ਇੱਦਾਂ ਕਰੀਏ ਵੀ ਸ਼ਾਇਦ ਮਾਂ ਪਿਓ ਦੀ ਯਾਦ ਤੋਂ ਵਾਂਝ ਆਏ, ਤਾਂ ਕਰਕੇ ਇੱਦਾਂ ਰਹਿੰਦਾ ਹੋਵੇਗਾ। ਮਾਂ ਪਿਓ ਤੋਂ ਵਾਂਝ ਹੈ ਤਾਂ ਛੋਟੀ ਉਮਰੇ ਹੀ ਇਹਦੀ ਸ਼ਾਦੀ ਵੀ ਕਰ ਦਿੱਤੀ ਗਈ, ਇਹਦੇ ਤਾਇਆ ਜੀ ਵੱਲੋਂ। ਬੱਚੇ ਵੀ ਹੋਏ, ਪਰ ਮਨ ਦੇ ਵਿੱਚ ਉਹੀ ਵਾਹਿਗੁਰੂ ਦੇ ਨਾਮ ਦੀ ਪੀੜਾ ਹੈ, ਮਨ ਵਿੱਚ ਉਹੀ ਪ੍ਰਮਾਤਮਾ ਦੇ ਵਿਛੋੜੇ ਦੀ ਤਾਂਘ। ਤਾਂ ਇੱਕ ਦਿਨ ਕੀ ਹੋਇਆ, ਇੱਕ ਕਵੀ ਆਇਆ, ਕਹਿੰਦੇ ਨੇ ਲਾਹੌਰ ਤੋਂ, ਇਹਦੀ ਦੁਕਾਨ 'ਤੇ ਬੈਠ ਗਿਆ। ਵੈਦਗੀ ਦੀ ਦੁਕਾਨ ਕਰਦਾ ਹੁੰਦਾ ਸੀ ਇਹ। ਇਹਦੀ ਦੁਕਾਨ 'ਤੇ ਬੈਠ ਕੇ ਕਵੀ ਕਹਿਣ ਲੱਗਾ, ਵੈਦ ਜੀ, ਮੇਰਾ ਦਿਲ ਕਰਦਾ ਹੈ ਕਿ ਮੈਂ ਲਾਹੌਰ ਛੱਡ ਕੇ ਅਨੰਦਪੁਰ ਸਾਹਿਬ ਚਲੇ ਜਾਵਾਂ। ਉਹ ਕਹਿੰਦਾ ਕਿਉਂ? ਕਹਿੰਦਾ ਅਸੀਂ, ਸਾਡੇ ਕਵੀਆਂ ਦੀ ਹੁਣ ਕਿਧਰੇ ਕਦਰ ਨਹੀਂ ਰਹੀ। ਲਾਹੌਰ ਦਰਬਾਰ ਦੇ ਵਿੱਚ ਮੇਰੀ ਵਿਦਵਤਾ ਦੀ, ਮੇਰੀ ਕਵਿਤਾ ਦੀ ਕੋਈ ਕਦਰ ਨਹੀਂ, ਸਾਨੂੰ ਕੋਈ ਸਾਡੀ ਪੁੱਛ-ਗਿੱਛ ਨਹੀਂ ਹੁੰਦੀ, ਸਾਡੀ ਵਿਦਵਤਾ ਦੀ, ਸਾਡੇ ਕਵੀਆਂ ਦੀ ਕੋਈ ਕਦਰ ਨਹੀਂ। ਤੇ ਹੁਣ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਵਸਦਾ, ਜਿਹੜਾ ਕਵੀਆਂ ਦੀ, ਜਿਹੜਾ ਸੂਰਮਿਆਂ ਦੀ ਕਦਰ ਕਰਦਾ ਹੈ, ਉਹ ਕਦਰਦਾਨ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ 'ਚ ਰਹਿੰਦਾ ਹੈ। ਮੇਰਾ ਦਿਲ ਕਰਦਾ ਮੈਂ ਲਾਹੌਰ ਛੱਡ ਕੇ ਅਗਲੀ ਵਾਰ ਮੈਂ ਅਨੰਦਪੁਰ ਸਾਹਿਬ ਚਲਾ ਜਾਵਾਂਗਾ। ਜਦੋਂ ਇਸ ਸੁਜਾਨ ਰਾਏ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਮ ਸੁਣਿਆ ਤੇ ਹਿਰਦੇ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ। ਤਾਂ ਉਸ ਵੇਲੇ ਮਨ ਇੰਨਾ ਕੁ ਬੈਰਾਗਵਾਨ ਜਿਹਾ ਹੋਇਆ, ਕਿੰਨੇ ਨੇ ਸੁਜਾਨ ਰਾਏ ਨੇ ਵੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਤੇ। ਤੇ ਜਦੋਂ ਅਨੰਦਪੁਰ ਸਾਹਿਬ ਗਏ, ਕਲਗੀਧਰ ਪਾਤਸ਼ਾਹ ਦੇ ਦੀਦਾਰ ਕੀਤੇ, ਦਰਸ਼ਨ ਕਰਦਿਆਂ ਹੀ ਮਨ ਦੇ ਵਿੱਚ ਇੰਨੀ ਕੁ ਖਿੱਚ ਪੈਦਾ ਹੋਈ, ਇੰਨਾ ਕੁ ਬੈਰਾਗ ਆ ਗਿਆ, ਇੰਨਾ ਕੁ ਪਿਆਰ ਆ ਗਿਆ ਕਿ ਇਹਦੀਆਂ ਅੱਖਾਂ 'ਚ ਪਾਣੀ, ਤੇ ਅੱਖਾਂ ਦੇ ਵਿੱਚ ਪਾਣੀ ਨੂੰ ਲੈ ਕੇ ਇਹ ਜਿਹੜਾ ਸੁਜਾਨ ਰਾਏ ਸੀ ਨਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਢਹਿ ਪਿਆ ਤੇ ਜਾ ਕੇ ਰੋ ਕੇ ਕਹਿਣ ਲੱਗਾ, ਪਾਤਸ਼ਾਹ ਮੈਨੂੰ ਰੱਖ ਲਓ। ਗੁਰੂ ਸਾਹਿਬ ਕਹਿੰਦੇ, ਚਲਾ ਜਾ, ਤੇਰੀ ਇੱਥੇ ਥਾਂ ਨਹੀਂ। ਹੁਣ ਧਿਆਨ ਰੱਖਿਓ ਜੀ, ਸੱਜਣ ਪ੍ਰਗਟੇ ਆਏ, ਆਪਾਂ ਇਸ ਤੁਕ ਦੇ ਅਰਥ ਕਰ ਰਹੇ ਹਾਂ। ਸੱਜਣ ਪ੍ਰਗਟ, ਹਰ ਸੱਜਣ ਪ੍ਰਗਟੇ ਆਏ। ਇਹਨੇ ਦੂਜੀ ਵਾਰ ਫੇਰ ਕਿਹਾ, ਕਲਗੀਧਰ ਪਾਤਸ਼ਾਹ ਮੈਨੂੰ ਰੱਖ ਲਓ। ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਚਲਾ ਜਾ, ਤੇਰੀ ਇਹ ਥਾਂ ਨਹੀਂ ਹੈ। ਕਮਾਲ ਹੋ ਗਈ, ਇੱਕ ਸਿੱਖ ਰੋ ਕੇ ਕਹਿ ਰਿਹਾ ਮੈਨੂੰ ਰੱਖ ਲਓ। ਉਹ ਦਇਆਵਾਨ ਦਾਤਾ, ਜਿਹਦਾ ਨਾਮ ਹੀ ਦਿਆਲੂ ਤੇ ਕਿਰਪਾਲੂ ਹੈ, ਉਹ ਉਸ ਸਿੱਖ ਦੇ ਹੰਝੂਆਂ ਨੂੰ ਕਹਿੰਦਾ ਹੋਵੇ ਕਿ ਚਲਾ ਜਾ, ਤੇਰੀ ਇਹ ਥਾਂ ਨਹੀਂ। ਪਰ ਕਲਗੀਧਰ ਪਾਤਸ਼ਾਹ ਦੀ ਖੇਡ ਵੇਖੋ ਗੁਰਮੁਖੋ, ਜਦੋਂ ਤੀਜੀ ਵਾਰ ਇਹ ਸਿੱਖ ਨੇ ਕਿਹਾ, ਸੁਜਾਨ ਰਾਏ ਨੇ ਕਿਹਾ, ਪਾਤਸ਼ਾਹ ਮੈਨੂੰ ਰੱਖ ਲਓ, ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਸੁਜਾਨ ਰਾਏ, ਗੁਰੂ ਦਾ ਹੁਕਮ ਮੰਨ, ਤੇਰੀ ਇਹ ਥਾਂ ਨਹੀਂ ਹੈ। ਜੇ ਤੂੰ ਸਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹੈ ਤੇ ਗੁਰੂ ਦਾ ਆਖਾ ਮੰਨ, ਗੁਰੂ ਦੇ ਆਖੇ ਲੱਗ। ਅਸਲ ਵਿੱਚ ਸਿੱਖ ਦੀ ਪਰਿਭਾਸ਼ਾ ਇਹ ਹੁੰਦੀ ਹੈ ਗੁਰਮੁਖੋ, ਸਾਡੇ ਲਿਬਾਸ ਪਾਇਆ ਹੈ, ਸਾਡੇ ਦਸਤਾਰਾਂ ਬੰਨੀਆਂ, ਕਿਰਪਾਨਾਂ ਪਾਈਆਂ, ਜਾਂ ਸਾਡੇ ਕੋਈ ਬਾਣਾ ਕਲਗੀਧਰ ਪਾਤਸ਼ਾਹ ਦਾ ਪਾਇਆ ਹੈ, ਜੇ ਗੁਰੂ ਦਾ ਹੁਕਮ ਸਾਡੇ ਜੀਵਨ ਵਿੱਚ ਲਾਗੂ ਨਹੀਂ ਹੈ ਤਾਂ ਚੇਤੇ ਰੱਖਿਓ, ਆਪਣੇ ਆਪ ਨੂੰ ਆਪਾਂ ਸਿੱਖ ਨਹੀਂ ਕਹਿ ਸਕਦੇ। ਅਸਲ ਵਿੱਚ ਸਿੱਖੀ, ਸਿੱਖਿਆ, ਗੁਰਵਿਚਾਰ, ਗੁਰੂ ਦੀ ਗੱਲ ਨੂੰ ਮੰਨਣਾ ਹੀ ਗੁਰੂ ਦੀ ਸਿੱਖ, ਗੁਰੂ ਦਾ ਸਿੱਖ ਹੈ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੁਜਾਨ ਰਾਏ ਨੂੰ ਗੁਰੂ ਪਾਤਸ਼ਾਹ ਕਹਿੰਦੇ, ਗੁਰੂ ਦਾ ਆਖਾ ਮੰਨ, ਤੇਰੀ ਇਹ ਥਾਂ ਨਹੀਂ ਹੈ, ਚਲਾ ਜਾ। ਤਾਂ ਸੁਜਾਨ ਰਾਏ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਕਿੱਥੇ ਜਾਵਾਂ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਜਿੱਧਰ ਨੂੰ ਤੇਰਾ ਮੁਖ ਹੈ ਇੱਧਰ ਨੂੰ ਤੁਰਾ ਜਾ, ਜਿੱਥੇ ਤੇਰਾ ਵਿਸਰਾਮ ਬਣੇਗਾ ਤੇ ਉਹੀ ਤੇਰੀ ਥਾਂ ਹੋਵੇਗੀ, ਉੱਥੇ ਟਿਕ ਕੇ ਮਨੁੱਖਤਾ ਦੀ ਸੇਵਾ ਕਰ, ਤੇ ਮਨੁੱਖਤਾ ਦੇ ਵਿੱਚ ਹੀ ਮੈਂ ਵਸਦਾ ਪਿਆ।
ਮਨੁੱਖਤਾ ਦੇ ਵਿੱਚ ਮੈਂ ਵਸਦਾ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਭਾਈ। ਸੁਜਾਨ ਰਾਏ ਉੱਥੋਂ ਦੌੜਿਆ, ਤੁਰਿਆ ਨਹੀਂ, ਦੌੜਿਆ, ਤੇ ਦੌੜਦਿਆਂ ਦੌੜਦਿਆਂ ਰੋਪੜ ਕੋਲ ਆ ਗਿਆ, ਅਨੰਦਪੁਰ ਸਾਹਿਬ ਤੋਂ। ਤੇ ਇੱਥੇ ਨਾ ਪੈਰ ਨੂੰ ਠੋਕਰ ਵੱਜੀ, ਉੱਧਰੋਂ ਸ਼ਾਮ ਦਾ ਵੇਲਾ ਹੈ ਤੇ ਉੱਧਰੋਂ ਠੋਕਰ ਵੱਜਦੀ ਹੈ ਤੇ ਠੋਕਰ ਵੱਜ ਕੇ ਡਿੱਗਿਆ, ਦਮ ਚੜ੍ਹਿਆ, ਬੇਹੋਸ਼ ਹੋਇਆ ਹੈ। ਪਿੰਡ ਦੇ ਲੋਕ ਇਕੱਠੇ ਹੋਏ, ਇਹਦੀ ਮਾਲਸ਼ ਕੀਤੀ, ਇਹਨੂੰ ਹੋਸ਼ ਵਿੱਚ ਲਿਆਂਦਾ ਤੇ ਇਹਨੂੰ ਪੁੱਛਿਆ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ? ਇਹਨੇ ਅੱਖਾਂ ਖੋਲ੍ਹੀਆਂ, ਹੱਥ ਜੋੜੇ ਉਹ ਪਿੰਡ ਦੇ ਲੋਕਾਂ ਅੱਗੇ, ਕਹਿਣ ਲੱਗਾ, ਭਲਿਓ ਮੈਂ ਮੇਰੇ ਗੁਰੂ ਦੇ ਆਖੇ ਲੱਗ ਕੇ ਆਇਆ ਤੇ ਜਿੱਥੇ ਮੇਰਾ ਵਿਸਰਾਮ ਹੋਏਗਾ ਉਹੀ ਮੇਰੀ ਥਾਂ ਹੈ ਤੇ ਮੈਨੂੰ ਆਪਣੇ ਪਿੰਡ ਵਿੱਚ ਜਗ੍ਹਾ ਦੇ ਦਿਓ, ਮੈਂ ਇੱਥੇ ਟਿਕਣਾ ਚਾਹੁੰਦਾ। ਜਦੋਂ ਕਲਗੀਧਰ ਪਾਤਸ਼ਾਹ ਦਾ ਨਾਮ ਲਿਆ ਤੇ ਪਿੰਡ ਦੇ ਲੋਕਾਂ ਨੇ ਇਹਨੂੰ ਇੱਕ ਸ਼ੰਭ ਕਾਨਿਆਂ ਦੀ ਝੌਪੜੀ ਪਾ ਦਿੱਤੀ, ਕਹਿੰਦੇ ਇੱਥੇ ਟਿਕਾ ਰਹੋ। ਤੇ ਸੁਜਾਨ ਰਾਏ ਉੱਥੇ ਟਿਕਿਆ, ਉਸ ਕਾਨਿਆਂ ਦੀ ਝੌਪੜੀ ਵਿੱਚ ਬੈਠ ਕੇ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦਾ ਰਹਿੰਦਾ। ਥੋੜ੍ਹੇ ਦਿਨ ਲੰਘੇ, ਥੋੜ੍ਹੇ ਦਿਨਾਂ ਬਾਅਦ ਚੇਤਾ ਆਇਆ ਕਿ ਮੇਰੇ ਗੁਰੂ ਦਾ ਹੁਕਮ ਸੀ ਮਨੁੱਖਤਾ ਦੀ ਸੇਵਾ ਕਰ, ਮੈਂ ਮਨੁੱਖਤਾ ਵਿੱਚ ਵਸਦਾ ਹਾਂ। ਤਾਂ ਉਸ ਤੋਂ ਬਾਅਦ ਇਹ ਚੰਗਾ ਵੈਦ ਸੀ ਜੀ ਲਾਹੌਰ ਦਾ, ਇਹਨੇ ਜੜੀਆਂ ਬੂਟੀਆਂ ਲਿਆਂਦੀਆਂ, ਦਵਾਈ ਦਾ ਪ੍ਰਬੰਧ ਕੀਤਾ, ਲੋੜਵੰਦਾਂ ਨੂੰ ਦਵਾਈ ਦਿਆ ਕਰੇ। ਕਲਗੀਧਰ ਜੇ ਕੋਈ ਪੁੱਛਿਆ ਕਰੇ, ਵੈਦ ਜੀ ਤੁਹਾਡਾ ਨਾਮ ਕੀ ਆ, ਤਾਂ ਇਹਨਾਂ ਨੇ ਨਾਮ ਵੀ ਨਾ ਦੱਸਣਾ ਤੇ ਅੱਗੋਂ ਕਹਿਣਾ, ਪਿਆਰਿਆ ਕਹਿ ਕਲਗੀਧਰ ਪਾਤਸ਼ਾਹ ਧੰਨ ਹੈ। ਬਸ ਇੰਨੀ ਗੱਲ ਕਹਿਣੀ, ਕਹਿ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹਨ, ਬਸ ਇੰਨੀ ਗੱਲ ਕਹਿਣੀ। ਦਵਾਈ ਦੇਣੀ, ਇਲਾਕੇ ਦੇ ਵਿੱਚ ਲੋੜਵੰਦਾਂ ਦੀ ਮਦਦ ਕਰਦੇ, ਦਵਾਈ ਬੂਟੀ ਦੇ ਨਾਲ ਬੜਿਆਂ ਦਾ ਇਲਾਜ ਕੀਤਾ। ਤੇ ਜਦੋਂ ਹੋਲੇ ਮਹੱਲੇ ਦਾ ਦਿਨ ਆਉਣਾ, ਗਰਮੀ ਦੀ ਰੁੱਤ ਸ਼ੁਰੂ ਹੋ ਜਾਣੀ, ਤੇ ਗਰਮੀ ਦੀ ਰੁੱਤ ਦੇ ਵਿੱਚ ਭਾਈ ਸੁਜਾਨ ਰਾਏ ਨੇ ਅਨੰਦਪੁਰ ਸਾਹਿਬ ਦੇ ਰਸਤੇ ਦੇ ਵਿੱਚ ਕੋਰੇ ਘੜੇ ਲੈ ਕੇ ਪਾਣੀ ਭਰਨਾ ਤੇ ਅਨੰਦਪੁਰ ਸਾਹਿਬ ਜਾਂਦੀ ਹੋਈ ਸੰਗਤ ਨੂੰ ਜਲ ਦੀ ਸੇਵਾ ਕਰਨੀ। ਕਿਸੇ ਨੇ ਪੁੱਛਣਾ ਤੇਰਾ ਨਾਮ ਕੀ ਹੈ, ਬਸ ਇੱਕੋ ਹੀ ਗੱਲ ਕਹਿਣੀ, ਕਹਿ ਕਲਗੀਧਰ ਪਾਤਸ਼ਾਹ ਧੰਨ ਹਨ। ਬਸ ਅਨੰਦਪੁਰ ਸਾਹਿਬ ਰਾਹ ਜਾਂਦੀ ਸੰਗਤ ਦੀ ਸੇਵਾ ਕਰਨੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਬੜਾ ਸਮਾਂ ਲੰਘਿਆ, ਇਹਦੇ ਅੰਦਰ ਟਿਕਾਊ ਬਣਨਾ ਸ਼ੁਰੂ ਹੋ ਗਿਆ, ਰਸ ਅੰਦਰ ਦਾ ਆਨੰਦ ਬਣਨਾ ਸ਼ੁਰੂ ਹੋ ਗਿਆ, ਅੰਦਰ ਖੇੜਾ ਆਉਣਾ ਸ਼ੁਰੂ ਹੋ ਗਿਆ, ਬੜਾ ਆਨੰਦ ਇਹਦੇ ਅੰਦਰ ਆਉਣ ਲੱਗਾ। ਸੇਵਾ ਦੇ ਵਿੱਚੋਂ ਇਹਨੂੰ ਆਨੰਦ ਮਿਲਣ ਲੱਗਾ। ਅਸਲ ਵਿੱਚ ਜਦੋਂ ਕੋਈ ਗੁਰੂ ਦਾ ਸਿੱਖ ਗੁਰੂ ਦੇ ਮਾਰਗ ਤੇ ਤੁਰਦਾ ਹੈ ਨਾ ਭਾਈ, ਚਲੋ ਜੀ ਸਰੀਰ ਕਰਕੇ ਅਸੀਂ ਗੁਰੂ ਦੇ ਮਾਰਗ ਤੇ ਤੁਰਨੇ ਹਾਂ, ਵੱਖਰੀ ਗੱਲ ਹੈ। ਮੰਨ ਲਓ ਅਸੀਂ ਆਪਣੇ ਘਰ ਤੋਂ ਲੈ ਕੇ ਗੁਰਦੁਆਰੇ ਤੱਕ ਆਏ ਹਾਂ, ਇਹ ਵੀ ਗੁਰੂ ਦਾ ਮਾਰਗ ਹੈ, ਪਰ ਇਸ ਮਾਰਗ ਤੇ ਪਤਾ ਨਹੀਂ ਸਾਨੂੰ ਰਸਤੇ ਦੇ ਵਿੱਚ ਕਿੰਨੀਆਂ ਕੁ ਰੁਕਾਵਟਾਂ ਆਉਂਦੀਆਂ ਹੋਣ ਜਾਂ ਅਸੀਂ ਰੁਕ ਜਾਈਏ। ਇਹ ਵੀ ਚਲੋ ਮਾਰਗ ਜ਼ਰੂਰੀ ਹੈ, ਪਰ ਇੱਕ ਗੁਰੂ ਦਾ ਮਾਰਗ ਹੈ ਗੁਰੂ ਦੇ ਹੁਕਮ ਤੇ ਤੁਰਨਾ, ਇਹ ਗੁਰੂ ਦਾ ਮਾਰਗ ਹੈ। ਚਰਨ ਚੱਲੋ ਮਾਰਗ ਗੋਬਿੰਦ, ਜਦੋਂ ਗੁਰੂ ਦੇ ਹੁਕਮ ਰੂਪੀ ਮਾਰਗ ਤੇ ਤੁਰੇਗਾ ਫਿਰ ਮਿਟੇ ਪਾਪ ਜਪੀਐ ਹਰ ਬਿੰਦ। ਹੁਣ ਇਹ ਗੁਰੂ ਦੇ ਮਾਰਗ ਤੇ ਤੁਰਦਾ ਸਿੱਖ, ਤਾਂ ਇੱਕ ਦਿਨ ਐਸਾ ਆਇਆ, ਕਿਸੇ ਨੇ ਇਹਨੂੰ ਆ ਕੇ ਖਬਰ ਦਿੱਤੀ, ਕਹਿਣ ਲੱਗੇ ਵੈਦ ਜੀ, ਨਾਮ ਤੇ ਕੋਈ ਜਾਣਦਾ ਨਹੀਂ ਸੀ, ਕਹਿਣ ਲੱਗੇ ਵੈਦ ਜੀ ਅੱਜ ਕਲਗੀਧਰ ਪਾਤਸ਼ਾਹ ਨੇ ਇਸ ਨਗਰ ਦੇ ਵਿੱਚ, ਇਸ ਇਲਾਕੇ ਦੇ ਵਿੱਚ ਆਉਣਾ ਹੈ। ਇਹਨੂੰ ਬੜਾ ਚਾਅ ਚੜ੍ਹਿਆ। ਅਸਲ ਵਿੱਚ ਨਾ ਜੀ ਇਹ ਅਵਸਥਾਵਾਂ ਹੁੰਦੀਆਂ ਨੇ, ਜਿਹਨੂੰ ਗੁਰੂ ਦੇ ਦੀਦਾਰ ਦਾ ਚਾਅ ਹੋਵੇ ਨਾ, ਉਸ ਆਨੰਦ ਨੂੰ, ਉਸ ਅਵਸਥਾ ਨੂੰ ਉਹੀ ਮਹਿਸੂਸ ਕਰ ਸਕਦਾ ਹੈ। ਹੋ ਸਕਦਾ ਕੋਈ ਦੂਸਰਾ ਮਹਿਸੂਸ ਨਾ ਕਰ ਸਕੇ। ਇਹਦੇ ਅੰਦਰ ਬੜਾ ਚਾਅ ਚੜ੍ਹਿਆ। ਸਵੇਰੇ ਹੀ ਭਾਈ ਸੁਜਾਨ ਰਾਏ ਜੀ ਨੇ ਨਿਤਨੇਮ ਕੀਤਾ, ਕਲਗੀਧਰ ਪਾਤਸ਼ਾਹ ਦੀ ਯਾਦ ਵਿੱਚ ਜੁੜੇ, ਉਡੀਕਦੇ ਪਏ ਨੇ ਕਿ ਆ ਬੜਾ ਸਮਾਂ ਹੋ ਗਿਆ ਅਨੰਦਪੁਰ ਸਾਹਿਬ ਤੋਂ ਆਇਆ, ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ, ਹੁਣ ਕਲਗੀਧਰ ਪਾਤਸ਼ਾਹ ਆਉਣਗੇ ਤੇ ਸਾਹਮਣੇ ਖਲੋ ਕੇ ਰੱਜ ਕੇ ਦਰਸ਼ਨ ਕਰਾਂਗਾ। ਸੰਗਤ ਬੜੀ ਹੈ ਦਰਸ਼ਨ ਕਰਨ ਵਾਸਤੇ। ਪਰ ਉਧਰ ਜਿਸ ਵੇਲੇ ਭਾਈ ਸੁਜਾਨ ਰਾਏ ਜੀ ਤਿਆਰ ਹੋ ਕੇ ਬੈਠੇ ਨੇ ਕਿ ਗੁਰੂ ਗੋਬਿੰਦ ਸਿੰਘ ਆਉਣ ਵਾਲੇ ਨੇ, ਉਧਰ ਸਤਿਗੁਰੂ ਜੀ ਦਾ ਟਾਈਮ ਹੋ ਗਿਆ ਇਸ ਇਲਾਕੇ ਵਿੱਚ ਆਉਣ ਦਾ। ਤੇ ਉਧਰੋਂ ਇੱਕ ਮਾਤਾ ਭਾਈ ਸੁਜਾਨ ਰਾਏ ਦੀ ਝੋਪੜੀ ਦੇ ਵਿੱਚ ਆਈ, ਹੱਥ ਜੋੜ ਕੇ ਕਹਿਣ ਲੱਗੀ, ਸੁਜਾਨ ਵੈਦ ਜੀ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਹੈ,
ਮੇਰੀ ਨੂੰਹ ਬੜੀ ਬਿਮਾਰ ਹੋ ਗਈ ਹੈ ਤੇ ਛੋਟੇ ਛੋਟੇ ਬੱਚੇ ਨੇ, ਤੁਸੀਂ ਮੇਰੇ ਘਰ ਚੱਲੋ ਤੇ ਮੇਰੀ ਨੂੰਹ ਦਾ ਇਲਾਜ ਕਰੋ, ਨਹੀਂ ਤੇ ਮੇਰੇ ਬੱਚਿਆਂ ਨੂੰ, ਮੇਰੇ ਪੋਤਰਿਆਂ ਨੂੰ ਕੌਣ ਪਾਲੇਗਾ। ਹੁਣ ਇੱਧਰ ਚਿਰਾਂ ਤੋਂ, ਬੜੇ ਚਿਰ ਦੀ ਆਸ ਸੀ ਕਿ ਗੁਰੂ ਸਾਹਿਬ ਆਉਣ ਵਾਲੇ ਨੇ। ਉੱਧਰੋਂ ਉਹ ਬੀਬੀ ਇਹਨਾਂ ਨੂੰ ਲੈਣ ਵਾਸਤੇ ਆ ਗਈ ਤੇ ਉਹਨਾਂ ਨੇ ਪਾ ਵੀ ਗੁਰੂ ਦਾ ਵਾਸਤਾ ਦਿੱਤਾ। ਮਨ ਦੁਬਿਧਾ ਵਿੱਚ ਪਿਆ ਵੀ ਤੇ ਕੀ ਕਰੇ ਹੁਣ, ਬੀਬੀ ਨੂੰ ਜਵਾਬ ਦੇਵੇ ਜਾਂ ਬੀਬੀ ਦੇ ਨਾਲ ਜਾਏ। ਜੇ ਜਾਂਦਾ ਤੇ ਦਰਸ਼ਨ ਰਹਿੰਦੇ ਨੇ, ਤੇ ਜੇ ਨਹੀਂ ਜਾਂਦਾ ਤੇ ਫਿਰ ਗੁਰੂ ਦਾ ਹੁਕਮ ਤੋਂ ਜਿਹੜਾ ਹੈ ਬੇਮੁਖ ਹੁੰਦਾ ਹੈ। ਅਸਲ ਵਿੱਚ ਜਿਵੇਂ ਭਗਤ ਫਰੀਦ ਜੀ ਦੀ ਬਾਣੀ ਹੁੰਦੀ ਹੈ ਨਾ ਜੀ, ਭਗਤ ਫਰੀਦ ਜੀ ਕਹਿੰਦੇ ਗਲੀਆਂ ਚਿੱਕੜ ਦੂਰ ਕਰ, ਭਾਵੇਂ ਕਿ ਇਹ ਦੁਨਿਆਵੀ ਚਿੱਕੜ ਦੀ ਗੱਲ ਤੋਂ ਬਾਅਦ ਵਿੱਚ ਵਿਸ਼ੇ ਵਿਕਾਰਾਂ ਦੇ ਚਿੱਕੜ ਦੀ ਗੱਲ ਤੱਕ ਗੱਲ ਉੱਪੜ ਜਾਂਦੀ ਹੈ, ਪਰ ਸੰਖੇਪ ਅਰਥ ਆਪਾਂ ਕਰਨੇ ਆ। ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਜਿਵੇਂ ਭਗਤ ਫਰੀਦ ਜੀ ਦੇ ਮਨ ਵਿੱਚ ਇਹ ਫੁਰਨਾ ਬਣਿਆ, ਅਗਰ ਮੈਂ ਖੁਦਾ ਦੇ ਘਰ ਜਾਂਦਾ ਹਾਂ ਤਾਂ ਮੇਰੇ ਕੱਪੜੇ ਭਿੱਜ ਜਾਵਣਗੇ, ਜੇ ਨਹੀਂ ਜਾਂਦਾ ਤੇ ਉਹਦੇ ਨਾਲ ਉਸਨੇ ਟੁੱਟ ਜਾਏਗਾ। ਅਖੀਰ ਭਿੱਜੋ ਛਿਜੋ ਕੰਬਲੀ, ਅੱਲਾਹ ਬਰਸੈ ਮੇਹੋ, ਜਾਏ ਮਿਲਾਂ ਤਿਨਾ ਸੱਜਣਾ ਟੂਟੋ ਨਾਹੀ ਨੇਹੋ। ਇਸ ਵੇਲੇ ਭਗਤ ਫਰੀਦ ਜੀ ਦੇ ਵਾਂਗ ਭਾਈ ਸੁਜਾਨ ਰਾਏ ਦਾ ਮਨ ਵੀ ਦੁਬਿਧਾ 'ਚ ਪਿਆ। ਇੱਕ ਪਾਸੇ ਗੁਰੂ ਦਾ ਵਾਸਤਾ ਪਾ ਕੇ ਮਾਤਾ ਆਵਾਜ਼ਾਂ ਮਾਰਦੀ ਪਈ, ਦੂਜੇ ਪਾਸੇ ਅਨੰਦਪੁਰ ਸਾਹਿਬ ਦਾ ਰਸਤਾ ਹੈ, ਗੁਰੂ ਗੋਬਿੰਦ ਸਿੰਘ ਨੇ ਆਉਣਾ ਹੈ। ਹੁਣ ਕੀਤਾ ਵੀ ਤੇ ਕੀ ਕੀਤਾ ਜਾਏ। ਆਖਿਰ ਭਾਈ ਸੁਜਾਨ ਰਾਏ ਜੀ ਆਪਣੀਆਂ ਦਵਾਈਆਂ ਵਾਲਾ ਝੋਲਾ ਪੋਟਲੀ ਚੁੱਕੀ, ਕਹਿਣ ਲੱਗੇ ਚੱਲ ਮਾਤਾ, ਦਿਲ ਤੇ ਕਰਦਾ ਸੀ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕਰਾਂ, ਪਰ ਅਸਲ ਵਿੱਚ ਮੇਰੇ ਗੁਰੂ ਨੇ ਕਿਹਾ ਸੀ ਕਿ ਗੁਰੂ ਦਾ ਹੁਕਮ ਮੰਨ, ਮਨੁੱਖਤਾ ਦੀ ਸੇਵਾ ਕਰ। ਪਹਿਲਾਂ ਮੇਰੇ ਲਈ ਮੇਰੇ ਗੁਰੂ ਦਾ ਹੁਕਮ ਹੈ, ਕੋਈ ਗੱਲ ਨਹੀਂ, ਮੇਰੇ ਲਈ ਮੇਰੇ ਗੁਰੂ ਦਾ ਹੁਕਮ ਹੀ ਗੁਰੂ ਦਾ ਦੀਦਾਰ ਹੈ। ਭਾਵੇਂ ਕਿ ਚਿਰ ਵਿੱਚ ਮਨ ਵਿੱਚ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕਰਾਂ, ਤਾਂ ਉਸ ਵੇਲੇ ਭਾਈ ਸੁਜਾਨ ਰਾਏ ਜੀ ਆਪਣੀਆਂ ਦਵਾਈਆਂ ਬੂਟੀਆਂ ਲੈ ਕੇ ਮਾਤਾ ਦੇ ਨਾਲ ਤੁਰ ਪਏ। ਤੁਰੇ ਨੇ ਤੇ ਜਾ ਕੇ ਉਸ ਬੱਚੀ ਦਾ, ਉਸ ਮਾਤਾ ਦੀ ਨੂੰਹ ਦਾ ਇਲਾਜ ਸ਼ੁਰੂ ਕੀਤਾ। ਕੁਝ ਸਮਾਂ ਉੱਥੇ ਬੈਠੇ ਨੇ, ਉਸ ਬੱਚੀ ਦਾ ਇਲਾਜ ਹੋਇਆ, ਉਹਨੂੰ ਥੋੜ੍ਹੀ ਜਿਹੀ ਸੁਰਤ ਆਈ, ਤੇ ਸੁਰਤ ਆਉਣ ਤੋਂ ਬਾਅਦ ਜਦੋਂ ਭਾਈ ਸੁਜਾਨ ਰਾਏ ਜੀ ਤੁਰਨ ਲੱਗੇ ਤੇ ਉਸ ਮਾਤਾ ਨੇ ਕਿਹਾ, ਵੈਦ ਜੀ ਅਸੀਂ ਕਲਗੀਧਰ ਪਾਤਸ਼ਾਹ ਦੇ ਸੇਵਕ ਹਾਂ, ਤੇ ਤੁਸਾਂ ਅੱਜ ਮੇਰੇ ਘਰ ਦਾ ਇਲਾਜ, ਮੇਰੀ ਨੂੰਹ ਦਾ ਇਲਾਜ ਕਰਕੇ ਮੇਰੇ ਬੱਚਿਆਂ ਦੀ ਮਾਂ ਜਿਉਂਦੀ ਰੱਖੀ, ਤੇ ਮੈਂ ਅਰਦਾਸ ਕਰਦੀ ਹਾਂ ਕਿ ਕਲਗੀਧਰ ਪਾਤਸ਼ਾਹ ਤੇਰੀ ਹਰ ਭਾਵਨਾ ਪੂਰੀ ਕਰੇ। ਥੋੜ੍ਹਾ ਜਿਹਾ ਮੁਸਕਰਾਏ ਨੇ ਭਾਈ ਸੁਜਾਨ ਰਾਏ ਜੀ ਤੇ ਵਾਪਸ ਪਰਤੇ ਨੇ। ਵਾਪਸ ਪਰਤ ਕੇ ਆ ਕੇ ਕੀ ਵੇਖਦੇ ਨੇ ਕਿ ਇਹਨਾਂ ਦੀ ਜਿਹੜੀ ਝੌਂਪੜੀ ਸੀ ਜਿੱਥੇ ਇਹ ਰਹਿੰਦੇ ਸਨ, ਤੇ ਉੱਥੇ ਬੜਾ ਇਕੱਠ ਹੋਇਆ। ਸੁਜਾਨ ਰਾਏ ਜੀ ਸੋਚਦੇ ਨੇ ਵੀ ਕੋਈ ਮਰੀਜ਼ ਆਇਆ ਹੋਵੇਗਾ, ਕਿਸੇ ਅਮੀਰ ਘਰ ਦਾ ਮਰੀਜ਼ ਹੋਵੇਗਾ, ਕਿਸੇ ਚੌਧਰੀ ਦਾ ਕੋਈ ਬੱਚਾ ਹੋਵੇਗਾ ਜਿਹੜਾ ਇੰਨਾ ਇਕੱਠ ਹੋ ਗਿਆ। ਕੀ ਗੱਲ ਹੈ, ਚਲੋ ਜਾ ਕੇ ਵੇਖੀਏ। ਥੋੜ੍ਹਾ ਜਿਹਾ ਕਾਹਲੇ ਕਦਮਾਂ ਦੇ ਨਾਲ ਜਦੋਂ ਇਹ ਆਪਣੀ ਝੌਂਪੜੀ ਵੱਲ ਵੱਧਦੇ ਨੇ ਤੇ ਕੀ ਵੇਖਦੇ ਨੇ ਕਿ ਇਹਦੀ ਕਾਨਿਆਂ ਦੀ ਝੌਂਪੜੀ ਤੇ ਜਿਸ ਤੇ ਇਹਦਾ ਆਸਣ ਥੱਲੇ ਲੱਗਿਆ ਹੋਇਆ ਸੀ ਧਰਤੀ ਤੇ ਉਸ ਆਸਣ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ ਨੇ। ਜਦੋਂ ਇਹ ਸਾਹਮਣੇ ਆਇਆ, ਦੀਦਾਰ ਕੀਤੇ ਕਲਗੀਧਰ ਪਾਤਸ਼ਾਹ ਦੇ, ਚਰਨ ਫੜੇ ਤੇ ਚਰਨ ਫੜ ਕੇ ਰੋਣ ਲੱਗ ਪਿਆ। ਪਾਤਸ਼ਾਹ ਇੰਨੀ ਕਿਰਪਾ ਕੀਤੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਸੁਜਾਨ ਰਾਏ ਕਦੇ ਸਮਾਂ ਸੀ ਤੇ ਤੂੰ ਕਹਿੰਦਾ ਸੀ ਮੈਨੂੰ ਅਨੰਦਪੁਰ ਸਾਹਿਬ ਰੱਖ ਲਓ, ਤੇ ਤੂੰ ਗੁਰੂ ਦਾ ਹੁਕਮ ਮੰਨਿਆ, ਮਨੁੱਖਤਾ ਦੀ ਸੇਵਾ ਕੀਤੀ। ਆ ਜਾ, ਤੈਨੂੰ ਅੱਜ ਲੈਣ ਵਾਸਤੇ ਆਇਆ, ਆ ਅਨੰਦਪੁਰ ਸਾਹਿਬ ਚੱਲੀਏ। ਆ ਹੈ ਜੀ ਸਾਡਾ ਗੁਰੂ। ਇਹਦੇ ਵਿੱਚੋਂ ਜਿੱਥੇ ਅਸੀਂ ਸੱਜਣ ਪ੍ਰਗਟੇ ਆਏ ਦੀ ਪਰਿਭਾਸ਼ਾ ਨੂੰ ਸਮਝਣਾ, ਉੱਥੇ ਇਹ ਵੀ ਧਿਆਨ ਰੱਖਣਾ ਕਿ ਸਿੱਖ ਲਈ ਪਹਿਲਾ ਕਦਮ ਮਨੁੱਖਤਾ ਦੀ ਸੇਵਾ ਹੈ। ਗੁਰੂ ਨਾਨਕ ਦੇਵ ਸਾਹਿਬ ਦਾ ਬਚਨ ਹੈ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਮਨੁੱਖਤਾ ਦੀ ਸੇਵਾ ਕਰਨੀ ਹੈ, ਲੋੜਵੰਦਾਂ ਲਈ ਹਮੇਸ਼ਾ ਖੜਨਾ ਹੈ। ਲੋੜਵੰਦਾਂ ਦੇ ਅਸੀਂ ਮਨੁੱਖਤਾ ਦੀ ਸੇਵਾ ਕਰਨ ਦਾ, ਅਸੀਂ ਸੇਵਾ ਮਨੁੱਖਤਾ ਦੀ ਕਰਨੀ ਸੀ।
ਪਰ ਸੱਚ ਜਾਣਿਓ ਜੀ, ਅਸੀਂ ਮਨੁੱਖਤਾ ਦੇ ਵਿੱਚ ਜਾਤਾਂ ਪਾਤਾਂ ਦੇ ਵਿਤਕਰੇ ਪਾਏ ਹੋਏ ਨੇ ਤੇ ਚਾਹੁੰਦੇ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਹਾਂ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨਿਆਂ ਕੁ ਦਾ ਦਿਲ ਦਿਖਾਉਂਦੇ ਹਾਂ ਤੇ ਚਾਹੁੰਦੇ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਹਾਂ। ਤੇ ਇੱਕ ਗੱਲ ਚੇਤੇ ਰੱਖਿਓ ਗੁਰਮੁਖੋ, ਇਹ ਤੁਹਾਨੂੰ ਸਭ ਨੂੰ ਪਤਾ ਹੈ ਤੇ ਗੁਰੂ ਦਾ ਵੀ ਹੁਕਮ ਹੈ ਕਿ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਬੀਜ ਬੀਜੇਗਾ ਤੇ ਫਲ ਤੈਨੂੰ ਉੱਦਾਂ ਦਾ ਮਿਲੇਗਾ। ਜੇ ਕਿਸੇ ਨੂੰ ਦੁੱਖ ਦੇਵੇਗਾ ਤੇ ਚੇਤੇ ਰੱਖੀ ਤੇ ਤੇਰੀ ਝੋਲੀ ਵੀ ਦੁੱਖਾਂ ਦੇ ਨਾਲ ਭਰੇਗੀ। ਇਹ ਯਾਦ ਰੱਖੀ, ਜੇ ਕਿਸੇ ਨੂੰ ਦੁੱਖ ਦੇਵੇਗਾ ਤਾਂ ਦੁੱਖ ਤੇਰੇ ਕੋਲੋਂ ਵੀ ਨਹੀਂ ਮੁੱਕਣੇ। ਜੇ ਕਿਸੇ ਨੂੰ ਸੁੱਖ ਦੇਵੇਗਾ ਤੇ ਕਲਗੀਧਰ ਪਾਤਸ਼ਾਹ ਨੇ ਤੇਰੀ ਝੋਲੀ ਅੰਦਰ ਵੀ ਸੁੱਖ ਭਰ ਦੇਣੇ ਨੇ। ਇਸ ਕਰਕੇ ਜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝਦੇ ਹਾਂ, ਜਾਤ ਪਾਤ ਦਾ ਵਿਤਕਰਾ, ਊਚ ਨੀਚ ਦਾ ਭੇਦ ਭਾਵ ਔਰ ਕਿਸੇ ਨੂੰ ਦੁੱਖ ਦੇਣਾ, ਕਿਸੇ ਦੀ ਬੁਰਾਈ ਕਰਨੀ, ਕਿਸੇ ਨੂੰ ਮੰਦਾ ਬੋਲਣਾ, ਇਹਨਾਂ ਗੱਲਾਂ ਤੋਂ ਮੁਨਕਰ ਹੋਣਾ ਪਏਗਾ ਜੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਚਾਹੁੰਦੇ ਆ। ਖੈਰ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਸੁਜਾਨ ਰਾਏ ਆ ਤੈਨੂੰ ਲੈਣ ਵਾਸਤੇ ਆਏ ਆ। ਤਾਂ ਉਸ ਵੇਲੇ ਭਾਈ ਸੁਜਾਨ ਰਾਏ ਨੇ ਹੱਥ ਜੋੜੇ, ਪਾਤਸ਼ਾਹ ਕਿਹੜੇ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਸ਼ੁਕਰ ਕਰਾਂ, ਤੁਸੀਂ ਮੇਰੇ ਘਰ ਆਏ। ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਸੱਜਣਾ ਕੱਲੇ ਤੇਰੇ ਬਾਹਰੀ ਘਰ ਵਿੱਚ ਨਹੀਂ ਆਏ, ਹੁਣ ਤੂੰ ਜਿੱਥੇ ਵੀ ਬਸੇਗਾ ਤੇਰੇ ਹਿਰਦੇ ਰੂਪੀ ਘਰ ਵਿੱਚ ਸਾਡਾ ਹਮੇਸ਼ਾ ਵਾਸਾ ਹੋਵੇਗਾ। ਉਸ ਤੋਂ ਬਾਅਦ ਸੁਜਾਨ ਰਾਏ ਅਨੰਦਪੁਰ ਸਾਹਿਬ ਚਲੇ ਜਾਂਦਾ ਹੈ। ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸੁਜਾਨ ਸਿੰਘ ਬਣ ਜਾਂਦਾ ਹੈ। ਹੁਣ ਧਿਆਨ ਦਿਓ, ਆਪਾਂ ਵਚਨ ਪੜ੍ਹਿਆ ਸੀ ਨਾ ਕਿ ਫਲ ਗੁਣ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਭਾਵੇਂ ਸੁਜਾਨ ਰਾਏ ਦੇ ਹਿਰਦੇ ਅੰਦਰ ਰੱਬ ਪਹਿਲਾਂ ਵੀ ਸੀ, ਪਰ ਪ੍ਰਗਟ ਕਦੋਂ ਹੋਇਆ? ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਮੰਨ ਲਿਆ ਔਰ ਮਨੁੱਖਤਾ ਦੀ ਸੇਵਾ ਕਰਨ ਲੱਗ ਪਏ। ਤੇ ਫਿਰ ਉਹਦੇ ਜੀਵਨ ਵਿੱਚ ਕੀ ਆਇਆ ਜੀ? ਜਦੋਂ ਸੱਜਣ ਪ੍ਰਗਟੇ ਆਏ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆ ਗਏ, ਤੇ ਫਿਰ ਕੀ ਹੋਇਆ? ਉਹਦੇ ਜੀਵਨ ਦੇ ਵਿੱਚ ਆਨੰਦ ਆਇਆ। ਜਿਵੇਂ ਫੱਗਣ ਦੇ ਮਹੀਨੇ ਅੰਦਰ ਬਾਹਰੀ ਤੌਰ ਤੇ ਬਹਾਰਾਂ ਆ ਜਾਂਦੀਆਂ ਨੇ ਗੁਰਮੁਖਾ, ਜਿੱਦਣ ਤੇਰੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਪ੍ਰਗਟ ਹੋਏ, ਵਾਹਿਗੁਰੂ ਜੀ ਪ੍ਰਗਟ ਹੋ ਗਏ, ਤੇ ਉਦਣ ਤੇਰੇ ਜੀਵਨ ਵਿੱਚ ਬਹਾਰਾਂ ਆ ਜਾਣਗੀਆਂ। ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ। ਪਰਮਾਤਮਾ ਦੇ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਜਿਹੜੇ ਸੰਤ ਜਨ ਨੇ, ਇੱਕ ਗੱਲ ਧਿਆਨ ਰੱਖਿਓ, ਇਹਨਾਂ ਸ਼ਬਦਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਕੇ ਭਾਵੇਂ ਬਹੁਤ ਸਾਰੀਆਂ ਥਾਵਾਂ ਤੇ ਸੰਤ ਸ਼ਬਦ ਦੀ ਦੁਰਵਰਤੋਂ ਹੋ ਰਹੀ ਹੈ, ਪਰ ਸੱਚ ਇਹ ਵੀ ਹੈ ਕਿ ਜਿਹੜੇ ਪੂਰਨ ਸੰਤ ਨੇ ਨਾ ਭਾਈ, ਉਹ ਰਾਮ ਦੇ ਵਿੱਚ ਮਿਲਾਉਣ ਵਾਸਤੇ ਸਹਾਈ ਵੀ ਹੋ ਜਾਂਦੇ ਨੇ। ਉਹ ਵੱਖਰੀ ਗੱਲ ਹੈ ਕਿ ਬਹੁਤ ਸਾਰੇ ਲੋਕ ਸੰਤ ਸ਼ਬਦ ਦੀ ਦੁਰਵਰਤੋਂ ਕਰਦੇ ਨੇ, ਤੇ ਗੁਰਬਾਣੀ ਦੇ ਵਿੱਚ ਉਹਦੇ ਪ੍ਰਤੀ ਵੀ ਲਿਖਿਆ, ਗਲੀ ਜਿੰਨਾ ਜਪਮਾਲੀਆਂ ਲੋਟੇ ਹੱਥ ਨਿਵਗ, ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਇਹਨਾਂ ਪ੍ਰਤੀ ਵੀ ਲਿਖਿਆ, ਜਿਹੜੇ ਪੂਰਨ ਸੰਤ ਨੇ ਗੁਰਬਾਣੀ ਦੇ ਵਿੱਚ ਉਹਦਾ ਵੀ ਹਵਾਲਾ ਦਿੱਤਾ ਗਿਆ, ਜਿਨ੍ਹਾਂ ਸਾਸ ਗਿਰਾਸ ਨਾ ਬਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਸ ਕਰਕੇ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ, ਉਹਨਾਂ ਕਿਰਪਾ ਕਰਕੇ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਹੈ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਉਹਨਾਂ ਦੀ ਹਿਰਦੇ ਦੀ ਸੇਜ ਸੁਹਾਵਣੀ ਹੋ ਗਈ, ਉਹਨਾਂ ਦੇ ਹਿਰਦੇ ਦੀ ਸੇਜ ਸੁਹਾਵਣੀ ਹੋ ਗਈ, ਤੇ ਉਹਨਾਂ ਦੇ ਸਾਰੇ ਉਹਨਾਂ ਨੂੰ ਸੁੱਖ ਪ੍ਰਾਪਤ ਹੋਏ। ਉਹਨਾਂ ਦੇ ਹਿਰਦੇ ਵਿੱਚ ਰੱਤਾ ਭਰ ਵੀ ਕਿਤੇ ਵੀ ਦੁੱਖ ਨਹੀਂ ਰਹਿੰਦਾ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਏ, ਉਹ ਸੁਹਾਗਣਾ, ਉਹ ਜੀਵ ਰੂਪ ਇਸਤਰੀ ਸੁਹਾਗਣਾ ਹੋ ਗਈਆਂ ਹਨ। ਇੱਛ ਪੁੰਨੀ ਵੱਡ ਭਾਗਣੀ, ਬਰ ਪਾਇਆ ਹਰ ਰਾਏ। ਉਹ ਜੀਵ ਰੂਪ ਇਸਤਰੀਆਂ ਵੱਡਿਆਂ ਭਾਗਾਂ ਵਾਲੀਆਂ ਨੇ, ਜਿਨ੍ਹਾਂ ਨੇ ਹਰੀ ਰੂਪੀ ਬਰ ਪ੍ਰਾਪਤ ਕੀਤਾ ਹੈ। ਭਾਵ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਵਾਹਿਗੁਰੂ ਪ੍ਰਗਟ ਹੋ ਗਿਆ ਹੈ, ਉਹ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀਆਂ ਨੇ।
ਉਹਨਾਂ ਦੇ ਵੱਡੇ ਭਾਗ ਨੇ ਜੀ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਆਪ ਸਖਿਅਤਕਾਰ ਹੋ ਗਿਆ ਹੈ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਆਪਾਂ ਆਮ ਤੌਰ ਤੇ ਵੇਖਦੇ ਹਾਂ, ਜਦੋਂ ਕਿਸੇ ਬੱਚੀ ਦਾ ਵਿਆਹ ਹੁੰਦਾ ਹੈ ਤੇ ਉਹਦੀਆਂ ਸਖੀਆਂ ਉਹਦੇ ਘਰ ਇਕੱਠੀਆਂ ਹੁੰਦੀਆਂ ਤੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਤੇ ਚੇਤੇ ਰੱਖਿਓ ਜੀ, ਜਿਹੜੇ ਗੁਰਮੁਖ ਰੂਪੀ ਸਖੀਆਂ ਨੇ, ਫਿਰ ਉਹਨਾਂ ਨੇ ਪ੍ਰਮਾਤਮਾ ਰੂਪੀ ਮੰਗਲ ਭਾਵ ਪ੍ਰਮਾਤਮਾ ਦੇ ਜਸ ਰੂਪੀ ਗੀਤ ਗਾਉਣੇ ਹਨ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਉਹ ਸਤਸੰਗੀ ਰੂਪ, ਸਤਸੰਗੀ ਗੁਰਮੁਖ ਪਿਆਰੇ ਰਲ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਅਲਾਪ ਕੇ ਆਤਮਿਕ ਆਨੰਦ ਕਰਨ ਵਾਲੀ ਗੁਰਬਾਣੀ ਨੂੰ ਰਲ ਮਿਲ ਕੇ ਗੁਰਸਿੱਖ ਗਾਉਂਦੇ ਨੇ ਭਾਈ। ਫਿਰ ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਪਰਮਾਤਮਾ ਵਰਗਾ ਫਿਰ ਹੋਰ ਕੋਈ ਨਹੀਂ ਦਿਸਦਾ। ਪਰਮਾਤਮਾ ਵਰਗਾ ਹਰ ਜਿਹਾ ਅਵਰ ਨਾ ਦਿਸਈ, ਉਸ ਦੀ ਬਰਾਬਰੀ ਕੌਣ ਕਰ ਸਕਦਾ? ਭਾਵ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਉਸ ਦੀ ਬਰਾਬਰਤਾ ਕਰ ਸਕਦਾ ਹੋਵੇ। ਇੱਕ ਪਰਮੇਸ਼ਰ ਹੈ, ਇੱਕ ਵਾਹਿਗੁਰੂ ਹੈ ਜਿਹੜਾ ਉਸ ਦੀ ਵਡਿਆਈ ਕਰ ਸਕਦਾ ਹੈ, ਦੂਜਾ ਨਹੀਂ ਹੈ ਕੋਈ। ਇੱਕ ਪਰਮਾਤਮਾ ਹੈ ਜਿਹੜਾ ਆਪਣੇ ਵਰਗਾ ਆਪ ਹੈ, ਉਹਦਾ ਸ਼ਰੀਕ ਕੋਈ ਨਹੀਂ ਹੈ। ਤੇ ਜਿਹੜੇ ਗੁਰਮੁਖ ਨੇ ਫਿਰ ਉਹਨਾਂ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਫਿਰ ਉਹ ਕੇਵਲ ਅਕਾਲ ਦੇ ਪੁਜਾਰੀ ਹੁੰਦੇ ਨੇ। ਜਿਵੇਂ ਖਾਲਸਾ ਅਕਾਲ ਦਾ ਪੁਜਾਰੀ ਹੈ। ਇਹ ਨਹੀਂ ਹੈ ਵੀ ਉੱਥੇ ਵੀ ਚਿੱਤ ਕੀਤਾ, ਉੱਥੇ ਵੀ ਟੱਲੀ ਖੜਕਾਤੀ, ਉੱਥੇ ਚਿੱਤ ਕੀਤਾ, ਉੱਥੇ ਲੱਸੀ ਪਾਤੀ, ਇਹ ਨਹੀਂ ਹੈ। ਜਿਹੜੇ ਰੱਬ ਦੇ ਪਿਆਰੇ ਨੇ ਨਾ ਭਾਈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਆਪਣਾ ਸਭ ਕੁਝ ਮੰਨਦੇ ਨੇ। ਗੁਰਬਾਣੀ ਦੇ ਵਿੱਚ ਇੱਕ ਹੋਰ ਉਦਾਹਰਣ ਦਿੱਤੀ ਗਈ, ਐਸੇ ਸ਼ਬਦ ਨਾਲ ਢੁਕਦੀ ਹੈ। ਵੈਸੇ ਕਈ ਵਾਰੀ ਨਾ ਗੁਰਬਾਣੀ ਦੇ ਵਿੱਚ ਕੁਝ ਇੱਦਾਂ ਸ਼ਬਦ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਸਖਤੀ ਨਾਲ ਕਿਹਾ। ਕਈ ਵਾਰੀ ਜਦੋਂ ਕੋਈ ਬੱਚਾ ਗੱਲ ਨਾ ਮੰਨੇ ਤੇ ਫਿਰ ਮਾਤਾ ਪਿਤਾ ਝਿੜਕਦੇ ਵੀ ਨੇ ਭਾਈ। ਹੁਣ ਅਸਲ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਗੱਲ ਕਹਿੰਦੇ ਨੇ ਕਿ ਉਹ ਜੀਵ ਸੁਹਾਗਣ ਹੈ ਜਿਹੜੀ ਇੱਕ ਪਤੀ ਦੀ ਹੋ ਜਾਏ, ਉਹ ਜੀਵ ਰੂਪ ਇਸਤਰੀ ਸੁਹਾਗਣ ਹੈ। ਤੇ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹ ਕੁਨਾਰ, ਉਹ ਛੁੱਟੜ ਇਸਤਰੀ ਅਖਵਾਉਂਦੀ ਹੈ ਜਿਹੜੀ ਆਪਣੇ ਪਤੀ ਦੇ ਹੁਕਮ ਤੋਂ ਬਾਹਰ ਹੋ ਜਾਏ। ਲੋਕਾਂ ਦੇ ਵਿੱਚ, ਦੁਨੀਆ ਦੇ ਵਿੱਚ ਉਹਦੀ ਪੱਤ ਨਹੀਂ ਰਹਿੰਦੀ। ਲੋਕ ਉਹਨੂੰ ਤਿਰਕਾਰਾਂ ਪਾਉਂਦੇ ਨੇ ਕਿ ਇਹਦੀ ਇੱਜ਼ਤ ਨਹੀਂ ਹੈ, ਇਹਦੀ ਪੱਤ ਨਹੀਂ ਹੈ, ਇਹ ਆਪਣੇ ਪਤੀ ਦੇ ਹੁਕਮ ਤੋਂ ਬਾਹਰ ਹੈ। ਤੇ ਜਿਹੜੇ ਆਪਣੇ ਵਾਹਿਗੁਰੂ ਨੂੰ ਛੱਡ ਕੇ ਥਾਂ ਪਰ ਥਾਂ ਧੱਕੇ ਖਾਂਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦਾ ਛੁੱਟੜ ਇਸਤਰੀ ਵਾਲਾ ਵਿਵਹਾਰ ਹੋ ਜਾਂਦਾ ਹੈ। ਇਹ ਵੀ ਗੁਰਬਾਣੀ ਨੇ ਸਾਨੂੰ ਸੋਰਠ ਕੀ ਵਾਰ ਦੇ ਵਿੱਚ ਸਮਝਾਇਆ ਹੈ। ਖੈਰ, ਹਰ ਜਿਹਾ ਅਬਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਉਸ ਪਰਮਾਤਮਾ ਵਰਗਾ ਦੂਜਾ ਸਾਨੂੰ ਕੋਈ ਦਿਸਦਾ ਹੀ ਹੈ ਨਹੀਂ। ਹਾਲਤ ਪਲਤ ਸਵਾਰਿਓ ਨ ਨਿਹਚਲ ਦਿੱਤੀਆਂ ਨ ਜਾਏ। ਉਸ ਪਰਮਾਤਮਾ ਨੇ ਉਹਨਾਂ ਸਤਸੰਗੀਆਂ ਦਾ ਪਰਲੋਕ ਦਾ ਵੀ ਸਵਾਰ ਦਿੱਤਾ, ਲੋਕ ਵੀ ਸਵਾਰ ਦਿੱਤਾ, ਭਾਵ ਦੋਵੇਂ ਲੋਕ ਸਵਾਰ ਦਿੱਤੇ ਹਨ। ਤੇ ਆਪਣੇ ਚਰਨਾਂ ਵਿੱਚ ਲੀਨਤਾ ਬਖਸ਼ਿਸ਼ ਕੀਤੀ ਹੈ। ਸੰਸਾਰ ਸਾਗਰ ਤੇ ਰੱਖਿਆ ਨ ਬਹੁੜ ਨਾ ਜਨਮੈ ਧਾਏ। ਪਰਮਾਤਮਾ ਨੇ ਸੰਸਾਰ ਰੂਪ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖਿਆ ਹੈ। ਉਹਨਾਂ ਦਾ ਜਨਮ ਮਰਨ ਦਾ ਗੇੜ ਮਿਟਾ ਦਿੱਤਾ ਹੈ। ਤੇ ਹੁਣ ਉਹਨਾਂ ਨੂੰ ਮੌਤ ਦੀ ਦੌੜ ਭੱਜ ਨਹੀਂ ਰਹਿੰਦੀ। ਉਹਨਾਂ ਦਾ ਜਨਮ ਮਰਨ ਖਤਮ ਹੋ ਗਿਆ, ਉਹ ਪਰਮੇਸ਼ਰ ਵਿੱਚ ਲੀਨ ਹੋ ਗਏ ਹਨ। ਜਿਹਵਾ ਏਕ ਅਨੇਕ ਗੁਣ। ਹੁਣ ਜੀਵ ਤਾਂ ਸਾਡੀ ਇੱਕ ਹੈ ਭਾਈ, ਪਰ ਪਰਮਾਤਮਾ ਦੇ ਗੁਣ ਬੜੇ ਨੇ। ਜੀਵ ਇੱਕ ਹੈ ਤੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਬੜੇ ਨੇ। ਤਰੇ ਨਾਨਕ ਚਰਣੀ ਪਾਏ। ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਣ, ਉਹ ਸੰਸਾਰ ਰੂਪ ਸਾਗਰ ਤੋਂ ਤਰ ਜਾਂਦੇ ਹਨ। ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਵਣ, ਉਹ ਸੰਸਾਰ ਰੂਪ ਸਾਗਰ ਤੋਂ ਤਰ ਜਾਂਦੇ ਹਨ। ਫਲ ਗੁਣ ਨਿਤ ਸਾਲਾਹੀਐ, ਜਿਸਨੂੰ ਤਿਲ ਨਾ ਤਮਾਏ। ਫਲ ਗੁਣ, ਫੱਗਣ ਦੇ ਮਹੀਨੇ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਤੇ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰੱਤਾ ਭਰ ਵੀ ਲਾਲਚ ਨਹੀਂ ਹੈ, ਭਾਵ
ਪਰਮਾਤਮਾ ਦੀ ਵਡਿਆਈ ਕਰਨ ਵਾਲੇ ਨੂੰ ਤਿਲ ਮਾਤਰ ਵੀ ਤਮਾ ਨਹੀਂ ਰਹਿੰਦੀ। ਹੋਰ ਵੀ ਬਹੁਤ ਸਾਰੇ ਜਿਹੜੇ ਅਰਥ ਆਪਾਂ ਕਰ ਸਕਦੇ ਆ। ਜਿਹੜੇ ਪਰਮਾਤਮਾ ਦੀ ਵਡਿਆਈ ਕਰਦੇ ਨੇ ਤੇ ਉਹਨਾਂ ਨੂੰ ਫਿਰ ਤਿਲ ਮਾਤਰ ਵੀ ਤਮੋ ਗੁਣ ਨਹੀਂ ਰਹਿੰਦਾ। ਉਹ ਸ਼ਾਂਤ ਹੋ ਜਾਂਦੇ ਨੇ, ਉਹ ਸੰਤੋਖੀ ਹੋ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਤ੍ਰਿਪਤਾ ਆ ਜਾਂਦੀ ਹੈ। ਇਸੀ ਫੱਗਣ ਮਹੀਨੇ ਦਾ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਗੁਰੂ ਕਿਰਪਾ ਕਰੇ ਇਹ ਪਾਵਨ ਉਪਦੇਸ਼ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ। ਤੇ ਨਾਲ ਸੰਗਤ ਨੂੰ ਅੱਜ ਇੱਕ ਵਧਾਈ ਦਾ ਦਿਨ ਹੈ ਭਾਈ। ਅੱਜ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਹੈ। ਅੱਜ ਉਹ ਮਹਾਨ ਗੁਰਮੁਖ ਕਹਿਣੀ ਤੇ ਕਰਨੀ ਦਾ ਪੂਰਾ ਮੋਗੇ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਵਿਖੇ, ਰੋਡਾ ਪਿੰਡ ਸੀ ਜੀ ਮਹਾਂਪੁਰਖਾਂ ਦਾ ਅਸਲ ਵਿੱਚ, ਤੇ ਉੱਥੇ ਉਹ ਕਲਗੀਧਰ ਪਾਤਸ਼ਾਹ ਦਾ ਸਪੁੱਤਰ ਕਹਿ ਲਈਏ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਜੀ ਬੜੇ ਵਿਦਵਾਨਾਂ ਨੇ, ਜਾਂਬਾਜ਼ ਰਾਖਾ, ਹਰਮੰਦਰ ਦੇ ਰਾਖੇ। ਜਦੋਂ ਤੁਸੀਂ ਇਹ ਕਿਤਾਬਾਂ ਪੜ੍ਹੋਗੇ ਨਾ ਤੁਸੀਂ ਹੈਰਾਨ ਹੋਵੋਗੇ, ਤੁਹਾਨੂੰ ਅਸਲ ਵਿੱਚ ਗੁਰਸਿੱਖੀ ਦੇ ਜੀਵਨ ਦਾ ਪਤਾ ਲੱਗ ਜਾਏਗਾ। ਤੇ ਬਹੁਤ ਸਾਰੇ ਲੋਕ ਨੇ ਤੇ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਵਿਰੋਧ ਕਰਦਿਆਂ ਵੀ ਉਸਤਤ ਕਰ ਦਿੱਤੀ। ਇਹ ਜਿਹੜਾ ਇਹ ਨਾ ਕੁਲਦੀਪ ਬਰਾੜ, ਉਹਨੇ ਕਿਤਾਬਾਂ ਲਿਖੀਆਂ ਨੇ ਜੀ ਦੋ। ਇੱਕ ਤਾਂ ਪਹਿਲਾਂ ਲਿਖੀ ਸੀ, ਉਸ ਤੋਂ ਬਾਅਦ ਇੱਕ ਹੁਣ ਛੋਟੇ ਛਾਪੇ ਦੇ ਵਿੱਚ ਹੈ। ਉਹਨੇ ਇੱਕ ਗੱਲ ਕਹੀ, ਕਹਿੰਦਾ ਭਿੰਡਰਾਂ ਵਾਲੇ ਦੇ ਵਿੱਚ ਇੱਕ ਸੀ ਕਿ ਉਹ ਬਕਾਊ ਨਹੀਂ ਸੀ ਹੁੰਦਾ। ਕਹਿੰਦਾ ਉਹਨੇ ਲਿਖਿਆ ਤੇ ਵਿਰੋਧ ਵਿੱਚ ਉਹ ਤੇ ਸੰਤਾਂ ਨੂੰ ਅੱਤਵਾਦੀ ਕਹਿੰਦਾ ਸੀ, ਬੜਾ ਕੁਝ, ਉਹ ਤੇ ਅਪਸ਼ਬਦ ਵੀ ਬੋਲਦਾ ਹੈ। ਲੇਕਿਨ ਉਹਨੇ ਇੱਕ ਗੱਲ ਲਿਖੀ, ਕਹਿੰਦਾ ਇੱਕ ਗੱਲ ਉਹਦੇ ਵਿੱਚ ਸੀ, ਅਸੀਂ ਕੋਸ਼ਿਸ਼ ਕੀਤੀ ਉਹਨੂੰ ਖਰੀਦਣ ਦੀ ਪਰ ਉਹ ਬਕਾਊ ਨਹੀਂ ਸੀ। ਤੇ ਯਾਦ ਰੱਖਿਓ ਜੀ, ਗੁਰੂ ਘਰ ਦੇ ਵਿੱਚ ਜਿਹੜਾ ਬਕਾਊ ਨਹੀਂ ਹੈ ਤੇ ਉਹਨੂੰ ਗੁਰੂ ਨੇ ਆਪਣੀ ਗੋਦ ਵਿੱਚ ਲੈ ਲਿਆ। ਰਾਮ ਰਾਏ ਦੀ ਜਦੋਂ ਆਪਾਂ ਜੀਵਨ ਪੜ੍ਹਾਂਗੇ ਨਾ, ਗੁਰੂ ਹਰਕ੍ਰਿਸ਼ਨ ਸਾਹਿਬ ਬਕਾਊ ਨਹੀਂ ਸੀ, ਰਾਮ ਰਾਏ ਬਕਾਊ ਹੋ ਗਿਆ ਸੀ। ਗੁਰੂ ਸਾਹਿਬ ਨੇ ਕਹਿਤਾ ਸੀ ਮੇਰੇ ਮੱਥੇ ਨਾ ਲੱਗੀ। ਗੁਰੂ ਅਰਜਨ ਦੇਵ ਸਾਹਿਬ ਹੁਕਮ ਦੀ ਪਾਲਣਾ ਕਰਨ ਵਾਲਾ ਸੀ ਤੇ ਵਾਲੇ ਸਨ, ਤੇ ਪ੍ਰਿਥੀ ਚੰਦ ਬਕਾਊ ਸੀ, ਦਿੱਲੀ ਦਰਬਾਰ ਦੀ ਸ਼ਰਨ ਵਿੱਚ ਜਾ ਪਿਆ। ਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਕਹਿ ਦਿੱਤਾ, ਪ੍ਰਿਥੀ ਚੰਦ ਤੂੰ ਗੁਰੂ ਘਰ ਦਾ ਕੁਝ ਨਹੀਂ ਲਿਖਦਾ, ਤੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਸਾਹਿਬ ਨੂੰ ਦੇ ਦਿੱਤੀ। ਤੇ ਜਿਹੜੇ ਬਕਾਊ ਹੋਣ ਗੁਰੂ ਦੀ ਖੁਸ਼ੀ ਤੋਂ ਵਾਂਝੇ ਰਹਿ ਜਾਂਦੇ ਨੇ। ਅੱਜ ਉਹ ਮਹਾਨ ਸੂਰਮੇ, ਜਾਂਬਾਜ਼ ਰਾਖਾ, ਹਰਮੰਦਰ ਸਾਹਿਬ ਦੇ ਰਾਖੇ ਵੀ ਕਹਿ ਲਈਏ। ਆ ਜਿਹੜੀ ਇੱਕ ਕੰਪਨੀ ਹੈ ਨਾ ਜੀ ਕੋਕਾ ਕੋਲਾ, ਆਪਾਂ ਸਾਰੇ ਉਹ ਪੀਂਦੇ ਹੀ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ 'ਚ। ਜਿਹੜਾ ਉਸ ਕੰਪਨੀ ਦਾ ਮੁਖੀ ਹੈ ਤੇ ਉਹਦੇ ਘਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਬੜੀ ਵੱਡੀ। ਕਿਸੇ ਨੇ ਪੁੱਛਿਆ, ਕਹਿੰਦੇ ਜੀ ਤੁਸੀਂ ਤੇ ਹਿੰਦੂ ਹੋ ਤੇ ਆ ਤੁਹਾਡੇ ਘਰ ਮਹਾਂਪੁਰਖਾਂ ਦੀ ਤਸਵੀਰ। ਫਿਰ ਉਹਨੇ ਦੱਸਿਆ, ਉਹ ਕਹਿੰਦਾ ਸੰਤ ਜਰਨੈਲ ਸਿੰਘ ਜੀ ਨੂੰ ਗਲਤ ਲੋਕਾਂ ਨੇ ਕਿਹਾ ਗਿਆ ਵੀ ਉਹ ਹਿੰਦੂ ਵਿਰੋਧੀ ਸਨ। ਉਹ ਤਾਂ ਅੰਮ੍ਰਿਤਸਰ ਦੇ ਵਿੱਚ ਕਿਸੇ ਨੇ ਰਮਾਇਣ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਦਮਦਮੀ ਟਕਸਾਲ ਦੇ ਜਿਹੜਾ ਖਜ਼ਾਨਾ ਹੈ ਨਾ ਭਾਈ, ਉਹਦੇ ਵਿੱਚੋਂ ਨਵੀਂ ਜਿਹੜੀ ਸੀ ਉਹ ਰਮਾਇਣ ਲਿਆ ਕੇ ਦਿੱਤੀ ਗਈ। ਜਾਂ ਮੰਦਿਰ ਦੇ ਜੋ ਮੰਦਿਰ ਦਾ ਪ੍ਰਬੰਧ ਸੀ ਉਹਦੇ ਵਾਸਤੇ ਮਾਇਆ ਵੀ ਜਿਹੜੀ ਦਮਦਮੀ ਟਕਸਾਲ ਵੱਲੋਂ ਦਿੱਤੀ ਗਈ ਤਾਂ ਕਿ ਮੰਦਿਰ ਦਾ ਦੁਬਾਰਾ ਨਿਰਮਾਣ ਹੋ ਸਕੇ। ਉਹ ਠੀਕ ਹੈ ਕਿ ਕੁਝ ਗਲਤ ਲੋਕਾਂ ਨੇ ਗਲਤ ਅਫਵਾਹਾਂ ਫੈਲਾ ਦਿੱਤੀਆਂ, ਤੇ ਮਹਾਂਪੁਰਖਾਂ ਨੇ ਹਰ ਇੱਕ ਧੀ ਨੂੰ ਆਪਣੀ ਧੀ ਸਮਝਣਾ, ਹਰ ਇੱਕ ਪੁੱਤਰ ਨੂੰ ਆਪਣਾ ਪੁੱਤਰ ਸਮਝਣਾ, ਕਿਸੇ ਨਾਲ ਕੋਈ ਦੁਬਦਾ ਭਾਵ ਨਹੀਂ ਸੀ। ਉਹ ਵੱਖਰੀ ਗੱਲ ਹੈ ਕਿ ਚਲੋ ਕੁਝ ਆਪਣਿਆਂ ਨੇ ਗਦਾਰੀਆਂ ਕੀਤੀਆਂ ਤੇ ਉਹਨਾਂ ਨੂੰ ਗਲਤ ਠਹਿਰਾ ਦਿੱਤਾ ਗਿਆ। ਪਰ ਅੱਜ ਦੇ ਸਮੇਂ ਸਾਰੇ ਉਹਨਾਂ ਨੂੰ ਯਾਦ ਕਰਦੇ ਨੇ। ਅੱਜ ਕਹਿੰਦੇ ਨੇ ਕਿ ਤੀਰ ਵਾਲੇ ਬਾਬੇ ਦੀ ਹੁਣ ਦੁਬਾਰਾ ਜ਼ਰੂਰਤ ਹੈ। ਖੈਰ, ਅੱਜ ਉਹ ਮਹਾਨ ਸੂਰਵੀਰ, ਮਹਾਨ ਸੂਰਮੇ, ਮਹਾਨ ਜਰਨੈਲ, ਉਹਨਾਂ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਦੀ ਆਪ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਆਓ ਹੁਣ ਸਾਰੇ ਰਲ ਮਿਲ ਕਰਕੇ 12 ਮਹਾਮਾਜ ਦੇ ਪਾਠ ਸਰਵਣ ਕਰੀਏ। ਗੁਰੂ ਕਿਰਪਾ ਕਰੇ ਅੱਜ ਫਲਗਣ ਦਾ ਮਹੀਨੇ ਦਾ ਉਪਦੇਸ਼ ਆਪਣੇ ਪੜ੍ਹਨ ਸੁਣਨ ਸੁਣਾਉਣ ਵਾਲਿਆਂ ਦੇ ਹਿਰਦਿਆਂ 'ਚ ਵਸੇ। ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਔਰ ਗੁਰੂ ਕੀ ਸੰਗਤ ਖਿਮਾ ਜੋਗ।
गुरु और गुरु की संगत बख्शण जोग। बुलाओ फतेह आखो जी वाहिगुरु जी का खालसा वाहिगुरु जी की फतेह।